ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਸਰਬ ਕਲਾ ਪ੍ਰਭੂਰ ਪ੍ਰਭ ਬਿਰਥਾ ਜਾਣਨਹਾਰ, ਜੰ ਕੈ ਸਿਮਰਨ ਉਦਰਿਐ ਨਾਨਕ ਤਿਸ ਬਲਹਾਰ। ਕਲਾ ਦਾ ਅਰਥ ਹੈ ਸ਼ਕਤੀ। ਜੋ ਪ੍ਰਮਾਤਮਾ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ, ਪੂਰਨ ਹੈ। ਬਿਰਥਾ ਦਾ ਅਰਥ ਹੈ ਪੀੜਾ, ਦੁੱਖ ਦਰਦ। ਸੇਵਕਾਂ ਦੇ ਦੁੱਖ ਦਰਦ ਪੀੜਾ ਨੂੰ ਜਾਣਨਹਾਰ ਹੈ। ਜੰ ਕੈ ਸਿਮਰਨ ਉਦਰਿਐ ਨਾਨਕ ਤਿਸ ਬਲਹਾਰ। ਉਹ ਅਕਾਲ ਪੁਰਖ ਜੋ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ, ਜੰ ਕੈ ਸਿਮਰਨ ਉਦਰਿਐ। ਸਾਹਿਬ ਫਰਮਾਉਂਦੇ ਹਨ, ਉਸ ਦੇ ਸਿਮਰਨ ਸਦਕਾ ਉਧਾਰ ਹੋ ਜਾਂਦਾ ਹੈ, ਅਵਗੁਣਾਂ ਤੋਂ ਬਚ ਜਾਈਦਾ ਹੈ, ਗੁਣ ਆ ਜਾਂਦੇ ਹਨ, ਨਿਸਤਾਰਾ ਹੋ ਜਾਂਦਾ ਹੈ। ਮੈਂ ਉਸ ਪ੍ਰਮਾਤਮਾ ਤੋਂ ਸਦਾ ਲਈ ਸਦਕੇ ਜਾਂਦਾ ਹਾਂ। ਸਭ ਨੂੰ ਉਸ ਤੋਂ ਬਲਹਾਰ ਜਾਣਾ ਚਾਹੀਦਾ ਹੈ। ਅਸ਼ਟਪਦੀ। ਟੁੱਟੀ ਗੰਢਨਹਾਰ ਗੋਪਾਲ। ਅਸੀਂ ਟੁੱਟ ਗਏ। ਜੁੜੀਏ ਕਿਵੇਂ? ਉਹ ਆਪ ਹੀ ਜੋੜਦਾ ਹੈ। ਟੂਟੀ ਜੋ ਪ੍ਰੀਤ ਟੁੱਟ ਗਈ, ਸੁਰਤੀ ਟੁੱਟ ਗਈ। ਟੂਟੀ ਗੰਢਨਹਾਰ ਗੋਪਾਲ। ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ, ਟੁੱਟੀ ਨੂੰ ਜੋੜਨ ਵਾਲਾ, ਗੰਢਣ ਵਾਲਾ ਆਪ ਹੈ। ਇਹ ਸੱਚ ਹੈ। ਅੱਜ ਅਸੀਂ ਕਥਾ ਸੁਣਦੇ ਹਾਂ ਤੇ ਸਮਝਦੇ ਹਾਂ ਸੁਣ ਕੇ ਜੁੜ ਜਾਵਾਂਗੇ। ਕੀਰਤਨ ਸੁਣਦੇ ਹਾਂ ਜੁੜ ਜਾਵਾਂਗੇ। ਅਸੀਂ ਪਾਠ ਸੁਣਦੇ ਹਾਂ ਜੁੜ ਜਾਵਾਂਗੇ। ਉਪਦੇਸ਼ ਸੁਣਦੇ ਹਾਂ ਜੁੜ ਜਾਵਾਂਗੇ। ਇੱਕ ਦਿਨ ਧਰਤੀ ਹੀ ਨਹੀਂ ਸੀ, ਕੋਈ ਧਾਰਮਿਕ ਗ੍ਰੰਥ ਨਹੀਂ ਸੀ, ਕੋਈ ਉਪਦੇਸ਼ਕ ਨਹੀਂ ਸੀ। ਉਸ ਦਿਨ ਜੀਵ ਕਿਵੇਂ ਜੁੜਿਆ? ਪਹਿਲਾ ਜੀਵ ਜੋ ਸੰਸਾਰ ਤੇ ਆਇਆ, ਸਾਹਿਬ ਤੇ ਬਾਣੀ ਵਿੱਚ ਇੱਥੇ ਤੱਕ ਲਿਖਦੇ ਨੇ, ਮੁਖ ਤਲੈ ਪੈਰ ਉਪਰੈ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉ ਵਸਾਰਿਓ ਉਦਰਿਓ ਜਿਸ ਦਾ ਨਾਏ। ਮਾਤਾ ਦੇ ਗਰਭ ਵਿੱਚ ਉਲਟਾ ਜੀਵ, ਉਲਟਾ ਲਟਕਿਆ ਹੋਇਆ, ਸਵਾਸ ਸਵਾਸ ਸਿਮਰਨ ਕਰ ਰਿਹਾ ਸੀ। ਉੱਥੇ ਕੌਣ ਕਥਾ ਸੁਣਾ ਰਿਹਾ ਸੀ? ਕਿਸ ਨੇ ਪ੍ਰੇਰਨਾ ਦਿੱਤੀ? ਬਸ ਇੱਕ ਹੀ ਹੈ, ਟੂਟੀ ਗੰਢਨਹਾਰ ਗੋਪਾਲ। ਉਹ ਟੁੱਟੀ ਪ੍ਰੀਤੀ ਨੂੰ ਗੰਢਣ ਵਾਲਾ ਹੈ। ਸਰਬ ਜੀਆਂ ਆਪੇ ਪ੍ਰਤਪਾਲ। ਸਾਰੇ ਜੀਵਾਂ ਦੀ ਆਪ ਪਾਲਣਾ ਕਰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ। ਸਾਰੇ ਜੀਵਾਂ ਦੀ ਚਿੰਤਾ ਜਿਸ ਦੇ ਮਨ ਵਿੱਚ ਹੈ, ਤਿਸ ਤੇ ਬਿਰਥਾ ਕੋਈ ਨਾ ਹੈ। ਉਸ ਤੋਂ ਖਾਲੀ ਕੋਈ ਨਹੀਂ ਜੋ ਉਸ ਦੀ ਕਿਰਪਾ ਦਾ ਪਾਤਰ ਨਾ ਹੋਵੇ। ਰੇ ਮਨ ਮੇਰੇ ਸਦਾ ਹਰ ਜਾਪ, ਹੇ ਮੇਰੇ ਮਨ ਐਸੇ ਪ੍ਰਭੂ ਨੂੰ ਸਦਾ ਵਾਸਤੇ ਜਪਦਾ ਰਹੋ। ਅਬਨਾਸੀ ਪ੍ਰਭ ਆਪੇ ਆਪ। ਉਹ ਨਾਸ ਰਹਿਤ ਪ੍ਰਭੂ ਆਪ ਹੀ ਆਪ ਹੈ। ਭਾਵ ਕੇਵਲ ਤੇ ਕੇਵਲ ਟੁੱਟੀ ਗੰਢਣ ਵਾਲਾ ਇੱਕ ਹੀ ਹੈ। ਪਾਲਣਾ ਕਰਨ ਵਾਲਾ ਇੱਕ ਹੀ ਹੈ। ਸਾਡੀ ਚਿੰਤਾ ਕਰਨ ਵਾਲਾ ਇੱਕ ਹੀ ਹੈ। ਸਾਡੀਆਂ ਅਰਦਾਸਾਂ ਸੁਣਨ ਵਾਲਾ ਤੇ ਸੁਣ ਕੇ ਸਾਡੇ ਦੁੱਖ ਦੂਰ ਕਰਨ ਵਾਲਾ ਕੇਵਲ ਇੱਕ ਹੀ ਹੈ। ਆਪਨ ਕੀਆ ਕਛੂ ਨਾ ਹੋਏ। ਆਪਣਾ ਕੀਤਾ ਕੁਛ ਵੀ ਨਹੀਂ ਹੁੰਦਾ। ਜੇ 100 ਪ੍ਰਾਨੀ ਲੋਚੈ ਕੋਏ। ਸੈਂਕੜੇ ਵਾਰ ਕੋਈ ਪ੍ਰਾਨੀ ਲੋਚਦਾ ਰਹੇ, ਮੈਂ ਇਹ ਕੰਮ ਕਰ ਲਵਾਂਗਾ, ਇਹ ਕਰ ਲਵਾਂਗਾ। ਸੱਚ ਤੇ ਇਹ ਹੈ, ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਮਤਾ ਪਕਾਉਂਦਾ ਹੈ ਕਿ ਲਹਿੰਦੇ ਨੂੰ ਜਾਣਾ ਹੈ, ਪਰ ਚੜ੍ਹਦੇ ਨੂੰ ਜਾਣਾ ਪੈ ਜਾਂਦਾ ਹੈ। ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀਓ ਬਾਤ। ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਕਰਤਾ ਕਰਦਾ ਉਹੀ ਹੁੰਦਾ। ਆਪਨ ਕੀਆ ਕਛੂ ਨਾ ਹੋਏ। ਜੇ 100 ਪ੍ਰਾਨੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰਾ ਕਿਛ ਕਾਮ। ਉਸ ਪ੍ਰਮਾਤਮਾ ਤੋਂ ਬਿਨਾ ਤੇਰੇ ਕੰਮ ਆਉਣ ਵਾਲਾ ਕੁਛ ਵੀ ਨਹੀਂ। ਗਤ ਨਾਨਕ ਜਪ ਏਕ ਹਰ ਨਾਮ। ਸਾਹਿਬ ਜੀ ਫਰਮਾਉਂਦੇ ਨੇ, ਤੇਰੀ ਆਤਮਿਕ ਅਵਸਥਾ ਉੱਚੀ ਤਾਂ ਹੋਵੇਗੀ, ਮੁਕਤੀ ਤਾਂ ਹੋਵੇਗੀ, ਇੱਕ ਪ੍ਰਮਾਤਮਾ ਦਾ, ਹਰੀ ਦਾ ਨਾਮ ਜਪ। ਰੂਪਵੰਤ ਹੋਏ ਨਾਹੀ ਮੋਹੈ। ਭਾਈ ਜੇ ਰੂਪ ਰੱਬ ਨੇ ਦਿੱਤਾ ਹੋਵੇ, ਸ਼ੀਸ਼ੇ ਵਿੱਚੋਂ ਆਪਣਾ ਮੂੰਹ ਵੇਖ ਕੇ
ਕਿਤੇ ਬੰਦਾ ਆਪਣੇ ਆਪ ਤੇ ਮਸਤ ਨਾ ਹੋ ਜਾਵੇ ਕਿ ਮੈਂ ਬਹੁਤ ਸੁੰਦਰ ਹਾਂ। ਸੁੰਦਰਤਾ ਹੈ ਤੇਰੇ ਚਿਹਰੇ ਤੇ ਹੈ, ਪਰ ਤੇਰੀ ਨਹੀਂ। ਇਹ ਕਿਸੇ ਦੀ ਬਖਸ਼ੀ ਹੋਈ ਹੈ। ਕਿਸ ਦੀ ਹੈ? ਪ੍ਰਭ ਕੀ ਜੋਤ ਸਗਲ ਖਟ ਸੋਹੈ। ਪ੍ਰਭੂ ਦੀ ਜੋਤ ਸਾਰੇ ਸਰੀਰਾਂ ਵਿੱਚ ਸ਼ੋਭਾ ਪਾ ਰਹੀ ਹੈ। ਧੰਨ ਹਨ ਉਹ ਜਿਨ੍ਹਾਂ ਇਸ ਗੱਲ ਨੂੰ ਸਮਝ ਲਿਆ ਕਿ ਸੁੰਦਰਤਾ ਉਸ ਦੀ ਜੋਤ ਦੀ ਹੈ। ਜਿਸ ਦਿਨ ਉਸ ਦੀ ਜੋਤ ਨਾ ਰਹੀ, ਮੁਰਦਾ ਕਿੰਨਾ ਕੁ ਸੁੰਦਰ ਲੱਗਦਾ ਹੈ। ਇਹ ਉਸ ਦੀ ਜੋਤ ਸ਼ੋਭਾ ਪਾ ਰਹੀ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ। 4 ਪੈਸੇ ਆ ਗਏ, ਇਹ ਧਨਵਾਨ ਹੋ ਕੇ ਕੋਈ ਹੰਕਾਰ ਕਰੇ ਤੇ ਕੀ ਕਰੇ? ਇਹ ਫਬਦਾ ਹੈ? ਨਹੀਂ। ਜਾਂ ਸਭ ਕਿਛ ਤਿਸਕਾ ਦਿਆ ਦਰਬ ਹੈ। ਇਹ ਸਾਰਾ ਦਰਬ ਦਾ ਅਰਥ ਹੈ ਧਨ ਦੌਲਤ। ਇਹ ਸਭ ਕੁਛ ਉਸੇ ਦਾ ਦਿੱਤਾ ਹੋਇਆ ਹੈ। ਅਤ ਸੂਰਾ ਜੇ ਕੋ ਕਹਾਵੇ, ਭਾਈ ਜੇ ਕੋ ਅਤ ਬਲੀ ਅਖਵਾਵੇ ਕਿ ਮੈਂ ਬਹੁਤ ਸੂਰਮਾ ਹਾਂ, ਮੇਰੀਆਂ ਬਾਹਾਂ ਵਿੱਚ ਬੜਾ ਬਲ ਹੈ। ਪ੍ਰਭ ਕੀ ਕਲਾ ਬਿਨਾ ਕਹਿਤਾਵੇ। ਪ੍ਰਭੂ ਦੀ ਦਿੱਤੀ ਹੋਈ ਤਾਕਤ ਤੋਂ ਬਿਨਾ ਕਿੱਥੇ ਦੌੜ ਸਕਦਾ ਹੈ, ਕਿੱਥੇ ਜਾ ਸਕਦਾ ਹੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਾਰ ਜਾਣੇਗਾ ਵਾਰ। ਜੇ ਕੋਈ ਦਾਤਾ ਬਣ ਕੇ ਬੈਠ ਜਾਏ ਕਿ ਮੈਂ ਵੰਡਦਾ ਹਾਂ, ਮੈਂ ਦਿੰਦਾ ਹਾਂ, ਦੇਣ ਹਾਰ ਦਾਤਾ ਉਸ ਨੂੰ ਬੇਸਮਝ ਸਮਝਦਾ ਹੈ। ਤੂੰ ਦਾਤਾ ਨਹੀਂ, ਤੂੰ ਭਿਖਾਰੀ ਹੈ। जगत भिखारी फिरत है सबको दाता राम। हम भीख भिखारी तेरे तू निज पत हैं दाता। गुरु गोबिंद सिंह साहब फरमाउंदे हन, काम न क्रोध न लोभ न मोह न रोग न सोग न भोग न भय है। देह बहीन सने सबो तन, नेह बरकत अगै अशै हैं। किन्ना किन्ना नू दे रहा है? जान को देत अजान को देत, जमीन को देत जमान को दे हैं। काहे को डोलत हो तुमरी सुध, सुंदर श्री पद्मा पत ले हैं। जे को होए बह दातार, तिस देन हार जानेगा वार। जिस गुर प्रसाद टूटे हों रोग, गुरु दी कृपा द्वारा जिस दा हौमे दा रोग टुट जाए, नानक सो जन सदा अरोग। साहिब फरमाउंदे हन, ਉਹ ਸੇਵਕ ਸਦਾ ਲਈ ਅਰੋਗ ਹੈ, ਪਰ ਇਹ ਰੋਗ ਦੂਰ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ, ਇਸ ਤੋਂ ਬਿਨਾਂ ਨਹੀਂ। ਜਿਉਂ ਮੰਦਰ ਕੋ ਥਾਮੈ ਥੰਮਨ। ਹਰ ਮਨੁੱਖ ਭਾਵੇਂ ਕੋਈ ਸਿਮਰਨ ਕਰਦਾ ਹੈ ਜਾਂ ਨਹੀਂ ਕਰਦਾ, ਬਾਣੀ ਪੜ੍ਹਦਾ ਹੈ ਜਾਂ ਨਹੀਂ ਪੜ੍ਹਦਾ, ਕਦੀ ਗੁਰਦੁਆਰੇ ਗਿਆ ਹੈ ਜਾਂ ਨਹੀਂ ਗਿਆ, ਇੱਕ ਪ੍ਰਸ਼ਨ ਹਰ ਇੱਕ ਦਾ ਹੈ, ਮਨ ਨਹੀਂ ਟਿਕਦਾ। ਹੁਣ ਪਹਿਲੀ ਗੱਲ ਇਹ ਸਮਝ ਆਏ, ਮਨ ਹੈ ਕੀ? ਮਨ ਹੈ ਵਿਚਾਰਾਂ ਦਾ ਬਣਿਆ, ਮਨ ਕੋਈ ਸਥੂਲ ਨਹੀਂ। 4 ਭਾਗ ਵਿਦਵਾਨਾਂ ਕੀਤੇ ਨੇ ਇਸ ਤੇ, ਬਾਣੀ ਵਿੱਚ ਵੀ ਐਸਾ ਲਿਖਿਆ, ਤਿੱਥੈ ਘੜੀਏ ਸੁਰਤ ਮਤ ਮਨ ਬੁੱਧ, ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ। ਮਨ ਦਾ ਟਿਕਣਾ ਕੀ ਹੈ? ਸੰਕਲਪ ਵਿਕਲਪਾਂ ਦਾ ਠੀਕ ਹੋਣਾ। ਮਨ ਦਾ ਟਿਕਣਾ ਕੀ ਹੈ? ਬੁੱਧ ਦੇ ਫੈਸਲੇ ਠੀਕ ਹੋਣੇ। ਮਨ ਦਾ ਟਿਕਣਾ ਕੀ ਹੈ? ਚੇਤੇ ਸ਼ਕਤੀ ਵਿੱਚ ਯਾਦਾਂ ਠੀਕ ਆਉਣੀਆਂ। ਮਨ ਦਾ ਟਿਕਣਾ ਕੀ ਹੈ? ਅਹੂੰ ਦਾ ਸੋਧਿਆ ਜਾਣਾ। ਸੰਕਲਪ ਵਿਕਲਪ ਗਲਤ ਹੋਣ, ਆਪੇ ਕੁਛ ਬਣਾ ਲਿਆ, ਢਾ ਲਿਆ। ਬੁੱਧ ਫੈਸਲੇ ਕਰਕੇ ਆਖੇ ਇਹ ਠੀਕ ਨਹੀਂ ਹੋਇਆ, ਇੰਜ ਕਰਨਾ ਚਾਹੀਦਾ ਸੀ, ਮਨ ਕਿਵੇਂ ਟਿਕੇ? ਚੇਤੇ ਵਿੱਚ ਬੁਰੇ ਬੁਰੇ ਖਿਆਲ ਆਉਣ, ਮਨ ਕਿਵੇਂ ਟਿਕੇ? ਇਹ ਮੇਰਾ ਹੈ, ਇਹ ਮੇਰੀ ਵਸਤੂ ਹੈ, ਮੈਂ ਹਾਂ। ਨਹੀਂ, ਜਦੋਂ ਮਨ ਟਿਕਦਾ ਸੰਕਲਪ ਵਿਕਲਪ ਠੀਕ ਹੁੰਦੇ ਨੇ, ਬੁੱਧ ਫੈਸਲੇ ਠੀਕ ਕਰਦੀ ਹੈ, ਚੇਤੇ ਵਿੱਚ ਪਰਮਾਤਮਾ ਆਉਂਦਾ ਹੈ, ਫਿਰ ਬੰਦਾ ਮੇਰਾ ਮੇਰਾ ਇੰਜ ਨਹੀਂ ਕਰਦਾ ਕਿ ਸਭ ਕੁਝ ਮੇਰਾ ਹੈ, ਸਗੋਂ ਕਹਿੰਦਾ ਮੈਂ ਤੇਰਾ ਹਾਂ, ਮੈਂ ਤੇਰਾ ਹਾਂ, ਸਭ ਕੁਝ ਤੇਰਾ ਹੈ। ਪਰ ਇਹ ਕਿਵੇਂ ਹੋਵੇ? ਡੋਲ ਤੇ ਛੱਤ ਲਈ ਥੰਮੀ ਹੋਵੇ ਤੇ ਛੱਤ ਟਿਕ ਜਾਂਦਾ। ਇੱਥੇ ਮਨ ਦਾ ਛੱਤ ਕਿਵੇਂ ਟਿਕੇ? ਜਿਉਂ ਮੰਦਰ ਕੋ ਥੰਮੈ ਥੰਮਨ। ਮੰਦਰ ਨੂੰ ਜਿਵੇਂ ਥੰਮੀ ਥੰਮ ਲੈਂਦੀ ਹੈ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਗੁਰੂ ਦਾ ਸ਼ਬਦ ਮਨ ਵਾਸਤੇ ਥੰਮੀ ਹੈ, ਮਨ ਨੂੰ ਅਡੋਲ ਕਰ ਦਿੰਦਾ ਹੈ। ਜਿਉਂ ਪਾਖਾਨ ਨਾਵ ਚੜ੍ਹ ਤਰੈ,
ਜਿਵੇਂ ਬੇੜੀ ਤੇ ਚੜ੍ਹ ਕੇ ਪੱਥਰ ਵੀ ਤਰ ਜਾਂਦੇ ਹਨ। ਪ੍ਰਾਨੀ ਗੁਰ ਚਰਨ ਲਗਤ ਨਿਸਤਰੈ, ਪੱਥਰ ਜਿਵੇਂ ਬੇੜੀ ਤੇ ਚੜ੍ਹ ਗਿਆ ਤੇ ਤਰ ਗਿਆ, ਪ੍ਰਾਨੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਪਾਰ ਹੋ ਜਾਂਦਾ, ਨਿਸਤਾਰਾ ਹੋ ਜਾਂਦਾ। ਦਸ਼ਮੇਸ਼ ਪਿਤਾ ਨੇ ਗੋਦਾਵਰੀ ਨਦੀ ਦੇ ਕਿਨਾਰੇ ਇੱਕ ਵਾਰ ਪੱਥਰ ਫੜਿਆ ਸੀ, ਹੱਥ ਵਿੱਚ ਪੱਥਰ ਨਾਲ ਖੇਡ ਰਹੇ ਨੇ। ਫੇਰ ਉਹ ਪੱਥਰ ਗੋਦਾਵਰੀ 'ਚ ਸੁੱਟ ਦਿੱਤਾ। ਸਿੱਖਾਂ ਨੂੰ ਪੁੱਛਦੇ ਨੇ, ਸਿੱਖੋ ਪੱਥਰ ਡੁੱਬ ਗਿਆ? ਕਹਿਣ ਲੱਗੇ, ਹਾਂ ਪਾਤਸ਼ਾਹ ਡੁੱਬ ਗਿਆ, ਠੋਸ ਹੈ। ਪਾਣੀ 'ਚ ਪੱਥਰ ਡੁੱਬ ਜਾਂਦੇ ਨੇ। ਭਾਈ ਦਇਆ ਸਿੰਘ ਕਹਿਣ ਲੱਗੇ, ਨਹੀਂ, ਗੁਰੂ ਦੇ ਹੱਥ ਵਿੱਚੋਂ ਨਿਕਲ ਗਿਆ ਤਾਂ ਡੁੱਬਾ, ਹੱਥ ਵਿੱਚ ਰਹਿੰਦਾ ਕਦੀ ਨਾ ਡੁੱਬਦਾ। ਬੇੜੀ ਦੇ ਵਿੱਚ ਪੱਥਰ ਤਰ ਜਾਂਦਾ, ਗੁਰੂ ਦੇ ਹੱਥ ਵਿੱਚ ਸਿੱਖ ਤਰ ਜਾਂਦਾ। ਹੱਥੋਂ ਗਿਆ ਸੋ ਗਿਆ, ਗੁਰੂ ਦੇ ਚਰਨ ਛੱਡੇ ਤੇ ਡੁੱਬ ਗਿਆ। ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਨੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਜਿਵੇਂ ਅੰਧਕਾਰ ਵਿੱਚ ਦੀਵੇ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ, ਗੁਰੂ ਦੇ ਦੀਦਾਰ ਕਰਕੇ ਮਨ ਖਿੜਾ ਵਿੱਚ ਆ ਜਾਂਦਾ ਹੈ। ਇੱਕ ਬਚਨ ਹੈ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮੇ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ, ਇਹ ਜਿਵੇਂ ਕੋਈ ਉਦਿਆਨ ਜੰਗਲ ਵਿੱਚ ਹੋਵੇ, ਭਟਕਦਾ ਹੋਵੇ, ਅਚਾਨਕ ਰਸਤਾ ਮਿਲ ਜਾਏ, ਕਿੰਨਾ ਪ੍ਰਸੰਨ ਹੁੰਦਾ ਕਿ ਮੈਨੂੰ ਰਾਹ ਮਿਲ ਗਿਆ। ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆ ਕੇ ਸ਼ਬਦ ਦਾ ਪ੍ਰਕਾਸ਼, ਸ਼ਬਦ ਦਾ ਨੂਰ ਬਰਸਦਾ ਹੈ, ਜੀਵਨ ਦਾ ਰਸਤਾ ਮਿਲ ਜਾਂਦਾ ਹੈ। ਵਰਨਾ ਮਨੁੱਖ ਵੀ ਸੰਸਾਰ ਜੰਗਲ ਵਿੱਚ ਭਟਕਿਆ ਪਿਆ ਹੈ। ਬਾਣੀ ਦਾ ਫਰਮਾਨ ਹੈ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਤਿਨ ਸੰਤਨ ਕੀ ਬਾਛੋਂ ਧੂਰ, ਨਾਨਕ ਕੀ ਹਰ ਲੋਚਾ ਭੂਰ। ਐਸੇ ਸੰਤ ਜਨ ਜਿਨ੍ਹਾਂ ਦੀ ਸੰਗਤ ਨਾਲ ਜੀਵਨ ਦਾ ਮਾਰਗ ਮਿਲਦਾ ਹੈ। ਹੇ ਪ੍ਰਮਾਤਮਾ, ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ। ਹੇ ਪ੍ਰਭੂ, ਮੇਰੀ ਇਹ ਖਾਸ਼ ਪੂਰੀ ਕਰ, ਮੇਰੀ ਇਹ ਲਾਲਸਾ ਪੂਰੀ ਕਰ। ਮਨ ਮੂਰਖ ਕਾਹੇ ਬਿਲ ਲਾਈਏ, हे ਮੂਰਖ ਮਨ ਕਿਉਂ ਵਿਰਲਾਪ ਕਰਦਾ ਹੈ। ਪੂਰਬ ਲਿਖੇ ਕਾ ਲਿਖਿਆ ਪਾਈਐ, ਜੋ ਪਿਛਲਾ ਬੀਜਿਆ ਆਖਰ ਵੱਢਣਾ ਪੈਂਦਾ ਹੈ। ਜੋ ਕੀਤਾ ਹੈ ਉਹ ਭੋਗਣਾ ਹੀ ਪੈਂਦਾ ਹੈ। ਦੁੱਖ ਸੁਖ ਪ੍ਰਭ ਦੇਵਨਹਾਰ, ਦੁੱਖ ਸੁਖ ਤੈਨੂੰ ਹੋਰ ਕਿਸੇ ਨਹੀਂ ਦਿੱਤਾ। ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੀ ਹੈ। ਅਵਰ ਤਿਆਗ ਤੂੰ ਤਿਸੇ ਚਿਤਾਰ, ਹੋਰ ਸਭ ਕੁਝ ਛੱਡ ਦੇ, ਹੋਰ ਆਸਰੇ ਤਿਆਗ ਦੇ, ਹੋਰ ਆਸਾਂ ਹੋਰ ਟੇਕ ਛੱਡ ਦੇ। ਇੱਕ ਪ੍ਰਮਾਤਮਾ ਨੂੰ ਹੀ ਯਾਦ ਕਰ। ਜੋ ਕੁਛ ਕਰੇ ਸੋਈ ਸੁਖ ਮਾਨ, ਜੋ ਕੁਛ ਉਹ ਕਰਦਾ ਉਸ ਨੂੰ ਸੁਖ ਕਰਕੇ ਮੰਨ ਲੈ। ਭੂਲਾ ਕਾਹੇ ਫਿਰੇ ਅਜਾਨ, हे ਅਣਜਾਣ ਤੂੰ ਕਿਉਂ ਭੁੱਲਾ ਫਿਰਦਾ ਹੈ। ਜੋ ਕੁਛ ਪ੍ਰਭੂ ਕਰਦਾ ਹੈ ਉਸੇ ਵਿੱਚ ਹੀ ਸੁਖ ਸਮਝ। ਕੌਣ ਬਸਤ ਆਈ ਤੇਰਾ ਸੰਗ, ਵੱਡਾ ਦੁੱਖ ਹੈ ਵਸਤੂ ਜੋ ਚਾਹੀਦੀ ਸੀ ਕਿਉਂ ਨਹੀਂ ਮਿਲੀ, ਜਾਂ ਜੋ ਕੋਲ ਸੀ ਉਹ ਕਿਉਂ ਚਲੀ ਗਈ। ਤੂੰ ਜਿਸ ਦਿਨ ਆਇਆ ਹੈ ਕਿਹੜੀ ਵਸਤੂ ਤੇਰੇ ਨਾਲ ਆਈ ਸੀ, ਤੂੰ ਖਾਲੀ ਹੱਥ ਆਇਆ ਹੈ। ਕੌਣ ਬਸਤ ਆਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ। हे ਲੋਭੀ ਪਤੰਗੇ ਕਿਉਂ ਲਿਪਟਿਆ ਹੋਇਆ ਹੈ। ਪਤੰਗਾ ਅੱਗ ਦੀ ਜੋਤ ਤੇ ਜਾ ਕੇ ਦੀਵੇ ਤੇ ਸੜ ਜਾਂਦਾ ਹੈ, ਤੂੰ ਵੀ ਲਿਪਟਿਆ ਹੈ ਤੇ ਸੜਨ ਤੋਂ ਬਗੈਰ ਹੋਰ ਕੀ ਹੋਵੇਗਾ। ਦਾਤਾਂ ਦੇ ਨਾਲ ਚਿੰਬੜਨਾ, ਲਿਪਟਣਾ, ਵਰਤਣਾ ਤੇਰਾ ਹੱਕ ਹੈ, ਪਰ ਤੂੰ ਤੇ ਲਿਪਟ ਰਿਹਾ ਹੈ। ਲਿਪਟ ਰਹੋ ਰਸ ਲੋਭੀ ਪਤੰਗ। ਕਰਨ ਵਾਲਾ ਕੰਮ ਇੱਕ ਹੈ, ਉਹ ਕਰ। ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਜਪ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਯੂਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਰਿੰਜਣਾ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਪਤ ਨਾਲ ਇੱਜ਼ਤ ਨਾਲ
ਅੱਗੇ ਪ੍ਰਮਾਤਮਾ ਦੇ ਘਰ ਜੋ ਤੇਰਾ ਨਿਜ ਘਰ ਹੈ ਉੱਥੇ ਜਾਵੇਂਗਾ। ਜਿਸ ਵਖਰ ਕਉ ਲੈਣ ਤੂੰ ਆਇਆ, ਜਿਹੜਾ ਸੌਦਾ ਵਿਹਾਜਨ ਵਾਸਤੇ ਖਰੀਦਣ ਵਾਸਤੇ ਤੂੰ ਜਗਤ ਵਿੱਚ ਆਇਆ ਹੈ। ਰਾਮ ਨਾਮ ਸੰਤਨ ਕਰ ਪਾਇਆ, ਉਹ ਸੌਦਾ ਹੈ ਨਾਮ। ਨਵੇਂ ਹੋਏ ਰਾਮ ਦਾ ਨਾਮ ਉਹ ਸੰਤਾਂ ਦੇ ਘਰ ਵਿੱਚੋਂ ਉਸ ਦੀ ਪ੍ਰਾਪਤੀ ਹੁੰਦੀ ਹੈ, ਸੰਤਾਂ ਦੇ ਘਰ ਵਿੱਚ ਮਿਲਦਾ ਹੈ। ਤਾਜੇ ਅਭਿਮਾਨ ਲਿਹੋ ਮਨ ਮੋਲ, ਹੰਕਾਰ ਛੱਡ ਦੇ। ਮਨ ਦੇ ਕੇ ਮਨ ਦੇ ਵਟਿਓ ਲੈ ਲੈ, ਕੰਚਨ ਸਿਉ ਪਾਈਏ ਨਹੀਂ ਤੋਲ। ਮਨ ਦੇ ਰਾਮ ਲਿਆ ਹੈ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਉਹ ਫਿਰ ਪ੍ਰਮਾਤਮਾ ਦਾ ਨਾਮ ਤਕੜੀਆਂ ਤੇ ਨਹੀਂ ਚੜ੍ਹਦਾ, ਹਿਰਦੇ ਵਿੱਚ ਹੀ ਜਾਚਿਆ ਜਾਂਦਾ ਹੈ, ਹਿਰਦੇ ਵਿੱਚ ਹੀ ਪਰਖਿਆ ਜਾਂਦਾ ਹੈ, ਹਿਰਦੇ ਵਿੱਚ ਹੀ ਤੋਲਿਆ ਜਾਂਦਾ ਹੈ। ਲਾਦ ਖੇਪ ਸੰਤੈ ਸੰਗ ਚਾਲ, ਇਹ ਖੇਪ ਲੱਦ ਕੇ। ਹੁਣ ਖੇਪ ਕੀ ਹੈ? ਵਪਾਰ ਵਾਸਤੇ ਜੋ ਮਾਲ ਲੱਦਦੇ ਹਾਂ, ਸੌਦਾ ਲੱਦਦੇ ਹਾਂ, ਉਹ ਖੇਪ ਹੈ। ਇਹ ਖੇਪ ਲੱਦ ਕੇ ਚੱਲ ਕਿੱਥੇ? ਸੰਤੈ ਸੰਗ ਚਾਲ, ਸੰਤਾਂ ਦੇ ਨਾਲ ਚੱਲ। ਭਾਵ ਸਤ ਸੰਗਤ ਕਰ, ਸੰਗਤ ਵਿੱਚ ਰਹੋ। ਅਵਰ ਤਿਆਗ ਵਿਖਿਆ ਜੰਜਾਲ, ਹੋਰ ਮਾਇਆ ਦੇ ਜੰਜਾਲ ਬੰਧਨ ਇਹ ਸਾਰੇ ਤਿਆਗ ਦੇ, ਛੱਡ ਦੇ। ਧਨ ਧਨ ਕਹੈ ਸਭ ਕੋਏ, ਜੇ ਤੂੰ ਐਸਾ ਕਰੇ, ਜਿਸ ਨੇ ਵੀ ਅੱਜ ਤੱਕ ਕੀਤਾ ਉਸ ਨੂੰ ਜਗਤ ਨੇ ਧਨ ਧਨ ਆਖਿਆ ਹੈ, ਤੈਨੂੰ ਸ਼ਾਬਾਸ਼ ਮਿਲੇਗੀ, ਤੇਰੀ ਸ਼ੋਭਾ ਹੋਵੇਗੀ। ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ। ਪ੍ਰਮਾਤਮਾ ਦੀ ਦਰਗਾਹ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ। ਜਗਤ ਵਿੱਚ ਸ਼ੋਭਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ। ਇਹ ਵਪਾਰ ਵਿਰਲਾ ਵਪਾਰੈ, ਨਾਨਕ ਤਾਂਕੈ ਸਦ ਬਲਹਾਰੈ। ਪਰ ਇਹ ਵਪਾਰ ਹਰ ਇੱਕ ਨਹੀਂ ਕਰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਸੁਪਾਰੀ ਵੇਚਣ ਵਾਲੇ, ਲੌਂਗ ਵੇਚਣ ਵਾਲੇ ਇਹ ਤੇ ਆਮ ਮਿਲ ਜਾਣਗੇ। ਕਿਨਹੀ ਬਣ ਜਿਆ ਕਾਂਸ਼ੀ ਤਾਂਬਾ। ਕਿਸੇ ਨੂੰ ਪੁੱਛਿਆ ਕੀ ਵੇਚਣਾ ਹੈ? ਕਹਿਣ ਲੱਗਾ ਜੀ ਕਹਿੰਦੇ ਭਾਂਡੇ ਤਾਂਬਾ ਵੇਚ ਰਹੇ ਹਾਂ। ਕਿਨਹੀ ਬਣ ਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋਹ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਨੇ ਸਾਡੀ ਤੇ ਇਹੋ ਜੀ ਖੇਪ ਹੈ। ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਕੋ ਬਣਜਾਰੋ ਰਾਮ ਕੋ, ਹੈ ਕੋਈ ਰੱਬ ਦਾ ਵਪਾਰੀ ਭਾਈ। ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਮੇਰਾ ਇਹ ਟਾਂਡਾ ਮਾਲ ਦਾ ਕਾਫਲਾ ਲੱਦਿਆ ਜਾ ਰਿਹਾ ਹੈ ਕੋਈ ਨਾਲ ਚੱਲਣ ਵਾਲਾ। ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੈ ਸਭ ਕੋਏ, ਹਰ ਕੋਈ ਤੈਨੂੰ ਧਨ ਧਨ ਆਖੇਗਾ। ਮੁਖ ਉਜਲ ਹਰ ਦਰਗਾਹ ਸੋਏ, ਰੱਬ ਦੀ ਦਰਗਾਹ ਵਿੱਚ ਮੂੰਹ ਵੀ ਉਜਲਾ ਹੋਵੇਗਾ। ਇਹ ਵਪਾਰ ਵਿਰਲਾ ਵਪਾਰ ਹੈ, ਪਰ ਇਹ ਵਪਾਰ ਕੋਈ ਵਿਰਲਾ ਹੀ ਕਰਦਾ ਹੈ। ਨਾਨਕ ਤਾਂਕੈ ਸਦ ਬਲਹਾਰ ਹੈ। ਜਿਹੜਾ ਕਰਦਾ ਹੈ, ਸਾਹਿਬ ਜੀ ਕਹਿੰਦੇ ਨੇ, ਮੈਂ ਉਸ ਤੋਂ ਸਦਾ ਸਦਕੇ ਜਾਣਾ। ਵਪਾਰ ਇਹ ਕਰਨਾ ਚਾਹਨਾ ਹੈ, ਕਿਵੇਂ ਹੋਵੇਗਾ? ਚਰਨ ਸਾਧ ਕੇ ਤੋਏ ਤੋਏ ਪੀਓ, ਇਹ ਭਾਵਨਾ ਹੈ। ਗੁਰੂ ਦੇ ਚਰਨ, ਗੁਰੂ ਦੀਆਂ ਸੰਗਤਾਂ ਦੇ ਚਰਨ, ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਚਰਨਾਂ ਦਾ ਸਤਿਕਾਰ ਹੋਣਾ, ਆਦਰ ਹੋਣਾ, ਇਹ ਮਨ ਦੀ ਭਾਵਨਾ ਹੋਣੀ। ਇਹੀ ਚਰਨ ਧੋ ਕੇ ਪੀਣੇ ਹਨ। ਚਰਨ ਸਾਧ ਕੇ ਤੋਏ ਤੋਏ ਪੀਓ, ਹਰ ਪ੍ਰਸਾਦ ਕਹੋ ਆਪਣਾ ਜੀਓ। ਸਾਧੂ ਜਨਾਂ ਨੂੰ ਆਪਣਾ ਮਨ ਭੇਟ ਕਰਦੇ, ਸਾਧ ਕੀ ਧੂਰ ਕਰੋ ਇਸ਼ਨਾਨ। ਜੈਸਾ ਕਿਹਾ, ਮਾਂਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ। ਸਾਧੂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ, ਸਾਧ ਉੱਪਰ ਜਾਈਏ ਕੁਰਬਾਨ। ਸਾਧੂਆਂ ਤੋਂ ਸਦਕੇ ਜਾਣਾ ਚਾਹੀਦਾ ਹੈ। ਸਾਧ ਸੇਵਾ ਵਡਭਾਗੀ ਪਾਈਏ। ਸਾਧੂ ਦੀ ਸੇਵਾ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸਾਧ ਸੰਗ ਹਰ ਕੀਰਤਨ ਗਾਈਏ। ਸਾਧੂਆਂ ਦੀ ਸੰਗਤ ਵਿੱਚ ਰੱਬ ਦੀ ਸਿਫਤ ਸਲਾਹ ਦਾ ਕੀਰਤਨ ਗਾਈਦਾ ਹੈ। ਅਨੇਕ ਵਿਗਣ ਤੇ ਸਾਧੂ ਰਾਖੇ। ਸੱਚ ਹੈ, ਜੀਵਨ ਵਿੱਚ ਅਨੇਕਾਂ ਵਿਗਣ ਆਉਂਦੇ ਨੇ। ਜੇ ਸੰਤ ਜਨਾਂ ਦਾ ਸੰਗ ਹੋਵੇ, ਉਹ ਸੰਗ ਅਨੇਕਾਂ ਔਕੜਾਂ ਤੋਂ, ਅਨੇਕਾਂ ਅਵਗਣਾਂ ਤੋਂ, ਅਨੇਕਾਂ ਵਿਗਣਾਂ ਤੋਂ ਬਚਾ ਲੈਂਦਾ ਹੈ। ਅਨਕ ਵਿਗਣ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਸੰਤਾਂ ਦੀ ਸੰਗਤ ਦਾ ਫਲ ਹੈ।
ਸਤ ਸੰਗੀ ਪ੍ਰਮਾਤਮਾ ਦੇ ਗੁਣ ਗਾ ਕੇ ਅੰਮ੍ਰਿਤ ਰਸ ਚਖਦਾ ਹੈ, ਫਿਰ ਅਵਗਣ ਕਿਉਂ ਕਰੇ। ਓਟ ਗਈ ਸੰਤੈ ਦਰ ਆਇਆ, ਮੈਂ ਓਟ ਗ੍ਰਹਿਣ ਕੀਤੀ, ਸਹਾਰਾ ਲਿਆ, ਸੰਤਾਂ ਦੇ ਦਰ ਤੇ ਆਇਆ ਹਾਂ। ਜਿਹੜਾ ਵੀ ਆ ਗਿਆ ਸਰਬ ਸੁਖ ਨਾਨਕ ਤੈਂ ਪਾਇਆ। ਸਾਹਿਬ ਫਰਮਾਉਂਦੇ ਨੇ ਉਸਨੇ ਸਾਰੇ ਹੀ ਸੁਖ ਪ੍ਰਾਪਤ ਕਰ ਲੈ ਜੋ ਸੰਤਾਂ ਦੇ ਦਰ ਤੇ ਆ ਗਿਆ। ਮਿਰਤਕ ਕਉ ਜੀਵਾਲਨ ਹਾਰ, ਵੇਖੋ ਉਹ ਅਕਾਲ ਪੁਰਖ ਜੋ ਸੰਤਾਂ ਦੀ ਟੇਕ ਹੈ, ਭਗਤਾਂ ਦਾ ਆਸਰਾ ਹੈ, ਕਿੰਨੀ ਬਖਸ਼ਿਸ਼ ਤੇ ਕਿੰਨੀ ਮਿਹਰ ਹੈ ਉਸ ਦੇ ਘਰ ਵਿੱਚ। ਉਹ ਮਰੇ ਹੋਏ ਨੂੰ ਜ਼ਿੰਦਾ ਕਰਨ ਜੋਗਾ ਹੈ। ਭੁੱਖੇ ਕੋ ਦੇਵਤ ਆਧਾਰ, ਭੁੱਖੇ ਨੂੰ ਆਸਰਾ ਦਿੰਦਾ ਹੈ। ਸਿੱਖ ਇਤਿਹਾਸ ਵਿੱਚ ਐਸਾ ਲਿਖਿਆ ਹੈ, ਦਿੱਲੀ ਮੋਇਆ ਹਾਥੀ ਜ਼ਿੰਦਾ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ। ਗੋਇੰਦਵਾਲ ਵਿੱਚ ਇੱਕ ਮਾਈ ਦਾ ਬੱਚਾ ਤੇਈਏ ਤਾਪ ਨਾਲ ਮਰ ਗਿਆ, ਉਹ ਜ਼ਿੰਦਾ ਹੋ ਗਿਆ। ਇੱਕ ਭਾਈ ਮਾਨਕ ਜਿਸ ਨੇ ਬੌਲੀ ਸਾਹਿਬ ਦਾ ਕੜ ਤੋੜਿਆ ਸੀ, ਡੁੱਬ ਗਿਆ ਸੀ, ਉਹ ਮਰਿਆ ਜ਼ਿੰਦਾ ਹੋ ਗਿਆ। ਭਾਈ ਜੀਵਨ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਆਪਣੇ ਪ੍ਰਾਣ ਦੇ ਦਿੱਤੇ, ਇੱਕ ਬ੍ਰਾਹਮਣ ਦਾ ਲੜਕਾ ਜੀ ਪਿਆ। ਐਸੀਆਂ ਕਥਾਵਾਂ ਹਨ। ਭਾਈ ਨੰਦ ਲਾਲ ਜੀ ਕਹਿੰਦੇ ਨੇ ਸਭ ਸੱਚ ਹੈ। ਗੁਰੂ ਦੀ ਇਸ ਤੋਂ ਵੀ ਵੱਡੀ ਬਰਕਤ ਹੈ, ਮੁਰਦਾ ਦਿਲ ਨੂੰ ਗੁਰੂ ਜ਼ਿੰਦਾ ਕਰ ਦਿੰਦਾ ਹੈ। ਉਹ ਕਹਿੰਦੇ ਨੇ ਆਬੇ ਹਯਾਤੇ ਮਾ ਸੁਖਨੇ ਕਾਮਲ ਪੀਰ ਅਸਤ, ਦਿਲ ਹਾਏ ਮੁਰਦਾ ਰਾ ਬੇਕੁਨਦ ਜ਼ਿੰਦਾ ਉਹ ਖਲਾਸ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਜਿਸ ਦੀ ਦ੍ਰਿਸ਼ਟੀ ਵਿੱਚ ਸਾਰੇ ਹੀ ਖਜ਼ਾਨੇ ਹਨ। ਪੁਰਬ ਲਿਖੇ ਕਾ ਲਹਿਣਾ ਭਾਏ, ਪਰ ਮਿਲਦਾ ਕਿਸ ਨੂੰ ਹੈ। ਪੁਰਬ ਤੋਂ ਤੁਰੋਂ ਦਾ ਲਿਖਿਆ ਜੋ ਹੈ ਉਹ ਲਹਿਣਾ ਪ੍ਰਾਪਤ ਹੁੰਦਾ ਹੈ। ਸਭ ਕੁਛ ਤਿਸਕਾ ਉਹ ਕਰਨੇ ਜੋਗ, ਸਭ ਕੁਛ ਉਸ ਪ੍ਰਮਾਤਮਾ ਦਾ ਹੈ। ਉਹ ਸਭ ਕੁਛ ਕਰਨ ਦੀ ਸਮਰੱਥਾ ਰੱਖਦਾ ਹੈ, ਕਰਨ ਯੋਗ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਸ ਤੋਂ ਬਿਨਾਂ ਕਰਨ ਵਾਲਾ ਨਾ ਕੋਈ ਅੱਜ ਤੱਕ ਹੋਇਆ, ਨਾ ਹੀ ਅੱਗੋਂ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਹੇ ਰੱਬ ਦੇ ਪਿਆਰੇ, ਹੇ ਸੇਵਕ, ਸਦਾ ਸਦਾ ਲਈ ਜਪ। ਕਦੋਂ ਜਪਾਂ? ਦਿਨ ਵੀ ਜਪ, ਰਾਤ ਵੀ ਜਪ। ਸਭ ਤੇ ਊਚ ਨਿਰਮਲ ਇਹ ਕਰਨੀ, ਸਭ ਤੋਂ ਉੱਚੀ ਪਵਿੱਤਰ ਇਹੀ ਕਰਨੀ ਹੈ ਨਾਮ ਜਪ। ਦਿਨ ਰਾਤ ਜਪ, ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਨ। ਆਪ ਤਿਆਗ ਸ਼ਰਨੀ ਪਵਾਂ, ਮੁਖ ਬੋਲੀ ਮਿਠੜੇ ਵੈਨ। ਕਰ ਕਿਰਪਾ ਜਿਸ ਕੋ ਨਾਮ ਦਿਆ, ਕਿਰਪਾ ਕਰਕੇ ਜਿਸ ਨੂੰ ਨਾਮ ਦੇ ਦਿੱਤਾ। ਨਾਮ ਦੀ ਦਾਤ ਦੇ ਦਿੱਤੀ ਨਾਨਕ, ਸੋ ਜਨ ਨਿਰਮਲ ਥੀਆ। ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ। ਜਿਸ ਨੂੰ ਨਾਮ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਜਿਸ ਦੇ ਮਨ ਵਿੱਚ ਗੁਰੂ ਦੀ ਪ੍ਰਤੀਤੀ, ਪ੍ਰਤੀਤ ਦਾ ਅਰਥ ਹੈ ਯਕੀਨ, ਸ਼ਰਧਾ, ਭਰੋਸਾ, ਇਹ ਆ ਜਾਏ। ਤਿਸ ਜਨ ਆਵੈ ਹਰ ਪ੍ਰਭ ਚੇਤ, ਉਸ ਸੇਵਕ ਨੂੰ ਰੱਬ ਚੇਤੇ ਆਉਂਦਾ ਹੈ। ਇਸ ਦਾ ਭਾਵ ਰੱਬ ਚੇਤੇ ਆਉਣ ਲਈ ਸ਼ਰਧਾ ਜ਼ਰੂਰੀ ਹੈ। ਸ਼ਰਧਾ ਧਰਮ ਦੀ ਜਿੰਦ ਜਾਨ ਹੈ। ਭਗਤ ਭਗਤ ਸੁਣੀਏ ਤੇ ਲੋਏ, ਤਿੰਨਾਂ ਲੋਕਾਂ ਵਿੱਚ ਉਸ ਸ਼ਰਧਾ ਵਾਲੇ ਨੂੰ, ਸਿਮਰਨ ਵਾਲੇ ਨੂੰ ਲੋਕੀ ਭਗਤ ਭਗਤ ਕਹਿਣ ਲੱਗ ਪੈਂਦੇ ਹਨ। ਇਹ ਪ੍ਰਮਾਤਮਾ ਦਾ ਭਗਤ ਹੈ। ਕੌਣ? ਜਾਂ ਕਾ ਹਿਰਦੈ ਏਕੋ ਹੋਏ, ਜਿਸ ਦੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਹੋਵੇ, ਉਹਨੂੰ ਸਾਰਾ ਜਗਤ ਭਗਤ ਭਗਤ ਕਹਿੰਦਾ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਉਸ ਦੀ ਕਰਨੀ ਸੱਚ ਹੁੰਦੀ, ਅੰਦਰੋਂ ਬਾਹਰੋਂ ਸੱਚਾ। ਕਦੀ ਵੀ ਜੀਵਨ ਵਿੱਚ ਕੁਛ ਗਲਤ ਨਹੀਂ ਕਰਦਾ, ਕੁਛ ਲੁਕਾ ਕੇ ਨਹੀਂ ਰੱਖਦਾ। ਜ਼ੁਬਾਨ ਤੇ ਹਿਰਦਾ ਇੱਕ ਹੋ ਜਾਂਦੇ ਹਨ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਬੜਾ ਸੁੰਦਰ ਫਰਮਾਉਂਦੇ ਨੇ। ਉਹ ਕਹਿੰਦੇ ਨੇ ਤੇਰ ਮੇਰ ਮੁਕਾਰ, ਰੱਬ ਤੇ ਤੇਰੇ ਦਰਵਾਜ਼ੇ ਅੱਗੇ ਖੜਾ ਹੈ। ਬੇਗੁਜ਼ਰ ਅਜ ਬੇਗਾਨਗੀ ਹਾ, ਉਹ ਬਾਖੁਦ ਸ਼ਾ ਆਸ਼ਨਾ, ਹਰ ਕੇ ਬਾਖੁਦ ਆਸ਼ਨਾ ਸ਼ੁਦ ਅਜ ਖੁਦਾ ਬੇਗਾਨਾ ਨੇਸਤ। ਦੁਜੈਗੀਆਂ ਮੇਰ ਤੇਰ, ਇਹਨਾਂ ਤੇਰੇ ਤੋਂ ਰੱਬ ਦੂਰ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮੇ ਵਿੱਚ ਲਿਖਦੇ ਹਨ, ਮਰਦ ਉਹੀ ਹੁੰਦਾ ਹੈ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਐਸਾ ਨਾ ਹੋਵੇ ਜ਼ੁਬਾਨ ਤੇ ਕੁਛ ਹੋਰ ਹੋਵੇ, ਦਿਲ ਵਿੱਚ ਹੋਰ ਹੋਵੇ। ਹਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜੰਗ ਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ। ਉਸ ਦੀ ਕਰਨੀ ਸੱਚ, ਉਸ ਦੀ ਰਹਿਤ ਵੀ ਸੱਚ। ਸੱਚ ਹਿਰਦੈ, ਹਿਰਦੇ ਵਿੱਚ ਸੱਚ ਹੁੰਦਾ ਹੈ। ਸਤਮੁਖ ਕਹਿਤ,
ਮੂੰਹ ਤੋਂ ਵੀ ਉਹ ਸੱਤ ਕਹਿੰਦਾ। ਉਹ ਸੱਤ ਕੀ ਹੈ? ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਸ ਦਾ ਨਾਮ ਹਿਰਦੇ ਵਿੱਚ ਵੀ ਨਾਮ ਹੈ, ਉਸ ਦੇ ਮੂੰਹ ਦੇ ਵਿੱਚ ਵੀ ਨਾਮ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ। ਉਸ ਦੀ ਦ੍ਰਿਸ਼ਟੀ ਵੀ ਬਿਲਕੁਲ ਸੱਚ ਹੈ, ਆਕਾਰ। ਇਹ ਦ੍ਰਿਸ਼ਟਮਾਨ ਜਿਹੜਾ ਜਗਤ ਹੈ, ਇਸ ਵਿੱਚ ਆਕਾਰ ਵਿੱਚ ਵੀ ਉਹਨੂੰ ਸੱਚਾ ਦਿਸਦਾ ਹੈ। ਇਸ ਵਿੱਚੋਂ ਵੀ ਉਹ ਰੱਬ ਨੂੰ ਵੇਖਦਾ ਹੈ। ਸੱਚ ਵਰਤੈ ਸਾਚਾ ਪਾਸਾਰ, ਸਾਚੀ ਵਰਤਦਾ ਉਹਨੂੰ ਨਜ਼ਰ ਆਉਂਦਾ ਹੈ। ਸੱਚੇ ਦਾ ਸਾਰਾ ਪਸਾਰਾ ਨਜ਼ਰ ਆਉਂਦਾ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਪਾਰ ਬ੍ਰਹਮ ਨੂੰ ਜਿਨਨੇ ਸੱਚ ਕਰਕੇ ਜਾਣਿਆ, ਸਾਹਿਬ ਜੀ ਕਹਿੰਦੇ ਨੇ, ਉਹ ਸੇਵਕ ਸੱਚ ਵਿੱਚ ਲੀਨ ਹੋ ਜਾਂਦਾ ਹੈ। ਇੱਕ ਸੇਵਕ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਜੋ ਵੇਖ ਰਹੇ ਹੈ ਦੀਦਾਰ ਨਹੀਂ। ਗੁਰਮਤਿ ਅਨੁਸਾਰ ਦਰਸ਼ਨ ਉਸ ਦਿਨ ਹੋਣਗੇ ਜਿਸ ਦਿਨ ਹਰ ਜੀਵ ਚੋਂ ਦਰਸ਼ਨ ਕਰੇਗਾ। ਬੜੀ ਸੇਵਾ ਇਸਨੇ ਕੀਤੀ, ਅੰਮ੍ਰਿਤਧਾਰੀ ਸੀ। ਇਸਦਾ ਨਾਂ ਸੀ ਸੁਜਾਨ ਸਿੰਘ। ਇੱਕ ਦਿਨ ਸਤਿਗੁਰਾਂ ਕਿਹਾ, ਆ ਰਹੇ ਹਾਂ, ਲੰਗਰ ਰਲ ਕੇ ਛਕਾਂਗੇ। ਕੀਰਤਪੁਰ ਦੇ ਕੋਲ ਇਸ ਦੀ ਚੌਂਪੜੀ ਸੀ। ਸਤਿਗੁਰੂ ਆਏ, ਪਰ ਉਧਰੋਂ ਇੱਕ ਮਾਤਾ ਆ ਗਈ। ਭਾਈ ਜੀ, ਮੇਰੀ ਨੂੰਹ ਬਿਮਾਰ ਹੈ, ਚੱਲ ਕੇ ਦਵਾਈ ਦਿਓ। ਉਹ ਦਵਾਈ ਦੇਣ ਚਲੇ ਗਏ। ਵਾਪਸ ਆਏ, ਸਤਿਗੁਰੂ ਤੁਰ ਗਏ ਹੋਣਗੇ, ਪਰ ਸਤਿਗੁਰੂ ਬੈਠੇ ਸਨ, ਗੱਲ ਨਾਲ ਲਾ ਲਿਆ। ਕਹਿਣ ਲੱਗੇ, ਮੇਰੇ ਵੱਲ ਆਉਣ ਵਾਲੇ ਬਹੁਤ ਨੇ, ਹੁਕਮ ਵੱਲ ਜਾਣ ਵਾਲੇ ਬਹੁਤ ਘੱਟ ਨੇ। ਤੂੰ ਹਰ ਜੀਵ ਵਿੱਚੋਂ ਮੈਨੂੰ ਵੇਖਿਆ, ਪਾਸ ਹੋ ਗਏ ਆ ਤੈਨੂੰ ਗੱਲ ਨਾਲ ਲਗਾਵਾਂ। ਤੂੰ ਬਾਹਰ ਹੀ ਆਸਨ ਨਹੀਂ ਵਿਛਾਇਆ, ਤੂੰ ਹਿਰਦੇ ਵਿੱਚ ਆਸਨ ਵਿਛਾਇਆ। ਤੂੰ ਪਾਰ ਬ੍ਰਹਮ ਨੂੰ ਹਰ ਥਾਂ ਤੇ ਵੇਖਿਆ। ਗੁਰੂ ਨੇ ਕਿਹਾ, ਸਫਲ ਹੈ, ਤੇਰੀ ਸਿੱਖੀ ਸਫਲ ਹੈ। ਸਿਧਾਂਤ ਹੀ ਗੁਰਮਤਿ ਦਾ ਇਹ ਹੈ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ। ਕਿੱਥੇ? ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਉਹ ਸੇਵਕ ਸੱਚ ਵਿੱਚ ਲੀਨ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।